ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ। ਮੈਂ ਹਾਂ ਬरुण ਕੌਰ ਮਾਨ। ਖਬਰਾਂ ਦੇ ਬੁਲੇਟਿਨ ਵਿੱਚ ਤੁਹਾਡਾ ਸਵਾਗਤ। ਖਬਰਾਂ ਦੀ ਬੁਲੇਟਿਨ ਦੇ ਸਪਾਂਸਰ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ। ਰੀਅਲ ਐਸਟੇਟ ਦੀ ਦੁਨੀਆ 'ਚ ਮੰਨਿਆ ਪ੍ਰਮੰਨਿਆ ਨਾਮ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਕੋਰੋਨਾ ਕਾਲ ਦੌਰਾਨ ਵੀ ਜਾਰੀ ਹੈ ਕੈਨੇਡਾ ਦੀ ਖਿੱਚ। ਅੰਮ੍ਰਿਤਸਰ ਤੋਂ ਸ਼ਾਰਜਾ ਰਵਾਨ ਹੋਣ ਵਾਲੀ ਉਡਾਨ ਰੱਦ। ਖਰਾਬ ਮੌਸਮ ਨੇ ਵਿਗਾੜਿਆ ਸਮਾਂ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਉਡਾਣਾਂ ਰੱਦ। ਯਾਤਰੀ ਪਰੇਸ਼ਾਨ। ਗਾਰਡ ਸਿਟੀ ਭਾਰਤ ਵਿੱਚ ਨਵੇਂ ਅਮਰੀਕੀ ਰਾਜਦੂਤ ਨਾਮਜ਼ਦ। ਹੋਵੇਗੀ ਮੀਟਿੰਗ। ਅਮਰੀਕਾ 'ਚ ਇੱਕ ਦਿਨ 'ਚ ਆਏ ਕੋਰੋਨਾ ਦੇ 13.5 ਲੱਖ ਤੋਂ ਜ਼ਿਆਦਾ ਮਾਮਲੇ। ontario 'ਚ 17 ਜਨਵਰੀ ਤੋਂ ਮੁੜ ਸਕੂਲ ਜਾ ਸਕਣਗੇ ਵਿਦਿਆਰਥੀ। ਕੋਰੋਨਾ ਕਾਲ 'ਚ ਜਨਮ ਲੈਣ ਵਾਲੇ ਬੱਚਿਆਂ ਦਾ ਵਿਕਾਸ ਹੋ ਸਕਦਾ ਹੈ ਮੱਠਾ। ਅਮਰੀਕਾ ਦੇ ਡਾਕਟਰਾਂ ਨੇ ਕੀਤਾ ਖੁਲਾਸਾ। ਰੂਸ ਤੇ ਅਮਰੀਕਾ ਦਰਮਿਆਨ ਗੱਲਬਾਤ ਵਿੱਚ ਕੋਈ ਪ੍ਰਗਤੀ ਨਹੀਂ ਹੋਈ। ਕ੍ਰੈਮਲਿਨ। ਰਿਹਾਈ ਮਾਰਚ ਵਿੱਚ ਹੁਮਾ ਕੇ ਸ਼ਾਮਲ ਹੋਣ ਵਾਲੀਆਂ ਸੰਗਤਾਂ ਦਾ ਵਰਲਡ ਸਿੱਖ ਪਾਰਲੀਮੈਂਟ ਨੇ ਕੀਤਾ ਤਹਿ ਦਿਲੋਂ ਧੰਨਵਾਦ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਕੋਵਿਡ-19 ਮਹਾਮਾਰੀ ਦੇ ਚੱਲ ਰਹੇ ਦੌਰ ਦੌਰਾਨ ਵੀ ਕੈਨੇਡਾ ਪ੍ਰਤੀ ਲੋਕਾਂ ਦੀ ਖਿੱਚ ਵਧਣਾ ਜਾਰੀ ਹੈ, ਜਿਸ ਦਾ ਸਬੂਤ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲਾ ਕੋਲ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਧਣਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਬੀਤੇ ਕੁਝ ਕੁ ਮਹੀਨਿਆਂ 'ਚ ਵੱਖ-ਵੱਖ ਵੀਜ਼ਾ ਤੇ ਇਮੀਗ੍ਰੇਸ਼ਨ ਦੀਆਂ ਤਕਰੀਬਨ 21,000 ਅਰਜ਼ੀਆਂ 'ਚ ਵਾਧਾ ਹੋ ਗਿਆ। ਅਰਜ਼ੀਆਂ ਦਾ ਨਿਪਟਾਰਾ ਤੇਜ਼ ਕਰਨ ਲਈ ਸਾਧਨ ਵਧਾਏ ਜਾਣ ਬਾਰੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਇਮੀਗ੍ਰੇਸ਼ਨ ਅਤੇ ਨਾਗਰਿਕਤਾ ਮੰਤਰੀ ਸੀਨ ਫਰੇਜ਼ਰ ਵੀ ਬਿਆਨ ਦੇ ਚੁੱਕੇ ਨੇ। ਪਰ ਹਾਲ ਦੀ ਘੜੀ ਪ੍ਰਾਪਤ ਅੰਕੜਿਆਂ ਅਨੁਸਾਰ 15 ਦਸੰਬਰ 2021 ਨੂੰ ਦੇਸ਼ ਅਤੇ ਵਿਦੇਸ਼ ਤੋਂ 18,13,144 ਅਰਜ਼ੀਕਰਤਾ ਅਪਲਾਈ ਕਰਨ ਤੋਂ ਬਾਅਦ ਕੈਨੇਡਾ ਦੇ ਵੀਜ਼ਾ ਅਤੇ ਇਮੀਗ੍ਰੇਸ਼ਨ ਅਫਸਰਾਂ ਦੀ ਜਵਾਬ ਦੀ ਉਡੀਕ ਵਿੱਚ ਨੇ, ਜਿਨ੍ਹਾਂ ਵਿੱਚ ਪੱਕੀ ਇਮੀਗ੍ਰੇਸ਼ਨ, ਨਾਗਰਿਕਤਾ, ਸਟੱਡੀ ਪਰਮਿਟ, ਵਰਕ ਪਰਮਿਟ ਅਤੇ ਸੈਰ ਜਾਂ ਪਰਿਵਾਰਕ ਜੀਆਂ ਨੂੰ ਮਿਲਣ ਲਈ ਸੁਪਰ ਵੀਜ਼ਾ ਅਪਲਾਈ ਕਰਨ ਵਾਲੇ ਲੋਕ ਸ਼ਾਮਲ ਨੇ। 31 ਅਕਤੂਬਰ 2021 ਤੱਕ ਕੈਨੇਡਾ ਦੀ ਨਾਗਰਿਕਤਾ ਲਈ 4,68,000 ਤੋਂ ਵੱਧ ਪੱਕੇ ਵਸਨੀਕ ਵਿਦੇਸ਼ੀਆਂ ਨੇ ਅਪਲਾਈ ਕੀਤਾ ਹੋਇਆ ਸੀ, ਜਿਨ੍ਹਾਂ ਦਾ ਪੜਾਅਵਾਰ ਨਿਪਟਾਰਾ ਅਗਲੇ ਸਾਲ ਦੇ ਅੱਧ ਤੱਕ ਸਿਰੇ ਲੱਗਣ ਦੀ ਸੰਭਾਵਨਾ ਸੀ। ਪਤਾ ਲੱਗਾ ਹੈ ਕਿ ਬੀਤੇ ਸਾਲ ਦੌਰਾਨ ਐਕਸਪ੍ਰੈਸ ਐਂਟਰੀ ਅਤੇ ਫੈਮਿਲੀ ਕਲਾਸ ਵਿੱਚ ਵੱਧ ਅਰਜ਼ੀਆਂ ਨਿਪਟਾਈਆਂ ਗਈਆਂ ਨੇ, ਜਦਕਿ ਸ਼ਰਨਾਰਥੀਆਂ ਦੀਆਂ ਨਵੀਆਂ ਅਰਜ਼ੀਆਂ 'ਚ ਵਾਧਾ ਹੁੰਦਾ ਰਿਹਾ। ਅਕਤੂਬਰ ਤੋਂ ਦਸੰਬਰ 2021 ਅਤੇ 25,000 ਦੇ ਕਰੀਬ ਐਕਸਪ੍ਰੈਸ ਐਂਟਰੀ 'ਚੋਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਉਮੀਦਵਾਰਾਂ ਦੀਆਂ ਅਰਜ਼ੀਆਂ ਦਾ ਨਿਪਟਾਰਾ ਕੀਤਾ ਗਿਆ, ਜਿਨ੍ਹਾਂ 'ਚੋਂ ਵੱਡੀ ਗਿਣਤੀ 'ਚ ਲੋਕਾਂ ਨੂੰ ਪੱਕੀ ਇਮੀਗ੍ਰੇਸ਼ਨ ਦੀ ਹਾਂ ਹੋ ਚੁੱਕੀ ਹੈ ਅਤੇ ਉਹਨਾਂ ਨੂੰ ਡਾਕ ਰਾਹੀਂ PR ਕਾਰਡ ਭੇਜੇ ਜਾ ਰਹੇ ਨੇ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ 'ਚ ਬੀਤੇ ਸਾਲ ਦੌਰਾਨ ਅਰਜ਼ੀਆਂ ਦਾ ਵਧਣਾ ਜਾਰੀ ਹੈ ਅਤੇ ਦਸੰਬਰ ਦੇ ਅਖੀਰ ਤੱਕ ਲਗਭਗ 39,000 ਅਰਜ਼ੀਆਂ ਵਿਚਾਰ ਅਧੀਨ ਸਨ। ਵਿਆਂਦੜਾਂ ਦੇ 54,863 ਅਤੇ ਮਾਪਿਆਂ, ਦਾਦਕਿਆਂ ਤੇ ਨਾਨਕਿਆਂ ਦੇ 38,122 ਕੇਸਾਂ ਦਾ ਨਿਪਟਾਰਾ ਕੀਤਾ ਜਾਣਾ ਬਾਕੀ ਹੈ। ਕੈਨੇਡਾ 'ਚ ਬੱਚਿਆਂ ਦੀ ਦੇਖਭਾਲ ਕਰਨ ਲਈ ਜਾਣ ਵਾਸਤੇ 12,539 ਕੇਸ ਅਪਲਾਈ ਕੀਤੇ ਹੋਏ ਨੇ। ਅੰਮ੍ਰਿਤਸਰ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਬੀਤੀ ਰਾਤ ਕਰੀਬ 11 ਵਜੇ ਸ਼ਾਰਜਾ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਉਡਾਣ ਰੱਦ ਹੋਣ ਕਾਰਨ ਯਾਤਰੀਆਂ ਨੂੰ ਕੜਾਕੇ ਦੀ ਠੰਡ ਵਿੱਚ ਕਰੀਬ 20 ਘੰਟੇ ਖੱਜਲ ਖੁਆਰ ਹੋਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾ ਸਾਂਸੀ ਤੋਂ ਸ਼ਾਰਜਾ ਨੂੰ ਰਵਾਨਾ ਹੋਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਤਕਨੀਕੀ ਖਰਾਬੀ ਹੋਣ ਕਾਰਨ ਰੱਦ ਹੋ ਗਈ। ਇਸ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ 'ਚ ਮਾਛੀਵਾੜਾ ਦੇ ਵਸਨੀਕ ਯਾਤਰੀ ਨੇ ਦੱਸਿਆ ਕਿ ਇਸ ਉਡਾਣ ਵਿੱਚ ਸਫ਼ਰ ਕਰਨ ਵਾਲੇ ਕਰੀਬ 60 ਯਾਤਰੀਆਂ ਸਮੇਤ ਬੀਤੀ ਰਾਤ ਉਹ ਵੀ ਹਵਾਈ ਅੱਡੇ ਰਾਜਾ ਸਾਂਸੀ ਪੁੱਜੇ। ਬੋਰਡਿੰਗ ਪਾਸ ਲੈਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਵਿੱਚ ਬਿਠਾ ਦਿੱਤਾ ਗਿਆ ਤੇ ਕਰੀਬ 11 ਵਜੇ ਜਹਾਜ਼ ਉਡਾਣ ਭਰਨ ਲਈ ਰਨਵੇ ਤੇ ਅੱਗੇ ਵਧਿਆ ਤੇ ਥੋੜਾ ਅੱਗੇ ਜਾਣ ਤੋਂ ਬਾਅਦ ਰੁਕ ਗਿਆ। ਉਹਨਾਂ ਨੇ ਦੱਸਿਆ ਕਿ ਏਅਰ ਇੰਡੀਆ ਦੇ ਸਟਾਫ ਵੱਲੋਂ ਸਾਰੇ ਯਾਤਰੀਆਂ ਨੂੰ ਰਾਤ 11 ਵਜੇ ਤੋਂ 5 ਵਜੇ ਤੱਕ ਕੜਾਕੇ ਦੀ ਠੰਡ ਵਿੱਚ ਉਡਾਣ ਵਿੱਚ ਤਾੜੀ ਰੱਖਿਆ ਤੇ ਬਾਅਦ ਵਿੱਚ ਤਕਨੀਕੀ ਖਰਾਬੀ ਹੋਣ ਨੂੰ ਕਹਿ ਕੇ 5 ਵਜੇ ਤੋਂ ਬਾਅਦ ਇਹ ਕਹਿ ਕੇ ਉਤਾਰ ਦਿੱਤਾ ਗਿਆ ਕਿ ਤੁਹਾਨੂੰ ਸਾਰੇ ਯਾਤਰੀਆਂ ਨੂੰ ਦੂਸਰੀ ਉਡਾਣ ਰਾਹੀਂ ਭੇਜ ਰਹੇ ਹਾਂ। ਸਵੇਰੇ 5 ਵਜੇ ਤੋਂ ਟਰਮੀਨਲ ਹਾਲ ਵਿੱਚ ਬੈਠਾ ਦਿੱਤਾ ਗਿਆ। ਬਾਅਦ ਵਿੱਚ ਇਮੀਗ੍ਰੇਸ਼ਨ ਬੋਰਡਿੰਗ ਪਾਸ ਰੱਦ ਕਰ ਦਿੱਤੇ ਗਏ ਤੇ ਦੂਸਰੀ ਉਡਾਣ ਤੇ ਜਾਣ ਲਈ ਦੁਬਾਰਾ ਟਿਕਟਾਂ ਲਿਆਉਣ ਲਈ ਕਿਹਾ ਗਿਆ। ਸਾਰੇ ਯਾਤਰੀਆਂ ਵੱਲੋਂ ਰੌਲਾ ਰੱਪਾ ਪਾਉਣ ਤੋਂ ਬਾਅਦ ਉਹਨਾਂ ਨੂੰ ਖਾਣਾ ਦੇਣ ਤੋਂ ਬਾਅਦ ਏਅਰ ਇੰਡੀਆ ਦੇ ਸਟਾਫ ਨੇ ਦੱਸਿਆ ਕਿ 1 ਵਜੇ ਦੁਬਾਰਾ ਕਰੋਨਾ ਟੈਸਟ ਕਰਕੇ ਰਾਤ 7 ਵਜੇ ਉਡਾਣ ਤੇ ਭੇਜਣ ਦਾ ਭਰੋਸਾ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਉਹਨਾਂ ਸਾਰੇ ਯਾਤਰੀਆਂ ਨੂੰ ਕਰੀਬ 20 ਘੰਟੇ ਖੱਜਲ ਖੁਆਰ ਕਰਨ ਤੋਂ ਬਾਅਦ ਦੁਬਾਰਾ ਨਵੇਂ ਸਿਰਿਓਂ ਇਮੀਗ੍ਰੇਸ਼ਨ ਕਰਕੇ ਬੋਰਡਿੰਗ ਪਾਸ ਦੇ ਕੇ ਰਾਤ 7 ਵਜੇ ਰਵਾਨਾ ਕੀਤਾ ਗਿਆ। ਖਰਾਬ ਮੌਸਮ ਇੱਕ ਵਾਰ ਫਿਰ ਹਵਾਬਾਜ਼ੀ ਯਾਤਰੀਆਂ ਲਈ ਮੁਸੀਬਤ ਬਣ ਰਿਹਾ। ਧੁੰਦ ਕਾਰਨ ਮੰਗਲਵਾਰ ਨੂੰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 5 ਉਡਾਣਾਂ ਨਹੀਂ ਉੱਡ ਸਕੀਆਂ।
ਅਤੇ ਰੱਦ ਕਰਨੀਆਂ ਪਈਆਂ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲੋਕ ਸੰਪਰਕ ਅਧਿਕਾਰੀ KP ਸਿੰਘ ਨੇ ਦੱਸਿਆ ਕਿ ਮੰਗਲਵਾਰ ਨੂੰ ਧੁੰਦ ਕਾਰਨ ਹਵਾਈ ਅੱਡੇ ਦੇ ਸ਼ੈਡਿਊਲ ਵਿੱਚ ਸ਼ਾਮਲ 5 ਉਡਾਣਾਂ ਨਹੀਂ ਚੱਲ ਸਕੀਆਂ। ਇਨ੍ਹਾਂ ਉਡਾਣਾਂ ਵਿੱਚੋਂ 2 ਉਡਾਣਾਂ ਦਿੱਲੀ ਤੋਂ ਸਨ, ਜਦੋਂ ਕਿ ਇੱਕ ਅਹਿਮਦਾਬਾਦ, ਬੰਬਈ ਅਤੇ ਬੈਂਗਲੁਰੂ ਤੋਂ ਸੀ। ਇਹ ਉਡਾਣਾਂ ਚੰਡੀਗੜ੍ਹ ਨਹੀਂ ਪੁੱਜੀਆਂ, ਜਿਸ ਕਾਰਨ ਇਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਉਡਾਣਾਂ ਨਾ ਚੱਲਣ ਕਾਰਨ ਇਨ੍ਹਾਂ ਉਡਾਣਾਂ ਤੇ ਜਾਣ ਵਾਲੇ ਯਾਤਰੀ ਕਾਫੀ ਪਰੇਸ਼ਾਨ ਸਨ। ਏਅਰਪੋਰਟ ਮੈਨੇਜਮੈਂਟ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਪਹਿਲਾਂ ਹੈ, ਇਸ ਲਈ ਇਹਨਾਂ ਨੂੰ ਸਮਝਣਾ ਹੋਵੇਗਾ ਕਿ ਅਜਿਹੇ ਫੈਸਲੇ ਉਹਨਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਲਏ ਜਾਂਦੇ ਨੇ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਮੌਜੂਦਾ ਇੰਸਟਰੂਮੈਂਟ ਲੈਂਡਿੰਗ ਸਿਸਟਮ CAT-2 ਦੀ ਮਦਦ ਨਾਲ ਉਡਾਣਾਂ ਚਲਾਈਆਂ ਜਾ ਰਹੀਆਂ ਨੇ। CAT-2 ਦੀ ਮਦਦ ਨਾਲ ਘੱਟੋ-ਘੱਟ 350 ਮੀਟਰ ਦੀ ਵਿਜ਼ਿਬਿਲਿਟੀ ਤੇ ਲੈਂਡਿੰਗ ਕੀਤੀ ਜਾ ਸਕਦੀ ਹੈ। ਆਮ ਦਿਨਾਂ 'ਚ CAT-2 ਦੀ ਮਦਦ ਨਾਲ ਉਡਾਣਾਂ ਚਲਾਉਣ 'ਚ ਕੋਈ ਦਿੱਕਤ ਨਹੀਂ ਆਉਂਦੀ, ਪਰ ਸਰਦੀ ਦੇ ਮੌਸਮ ਵਿੱਚ ਜ਼ਿਆਦਾ ਧੁੰਦ ਕਾਰਨ ਫਲਾਈਟ ਦਾ ਸਮਾਂ ਖਰਾਬ ਹੋ ਜਾਂਦਾ ਹੈ। ਏਅਰਪੋਰਟ ਪ੍ਰਬੰਧਨ ਨੇ CAT-3 ਇੰਸਟਾਲੇਸ਼ਨ ਲਈ ਆਪਣੀ ਸਮਾਂ ਸੀਮਾ ਵੀ ਤੈਅ ਕੀਤੀ ਸੀ। ਰਨਵੇ ਐਕਸਟੈਂਸ਼ਨ ਦਾ ਕੰਮ ਪੂਰਾ ਹੋਣ ਦੇ ਨਾਲ ਹੀ ਏਅਰਪੋਰਟ ਪ੍ਰਬੰਧਨ ਨੇ ਕਿਹਾ ਸੀ ਕਿ ਅਕਤੂਬਰ 2019 ਤੱਕ CAT-3 ਨੂੰ ਲਗਾਇਆ ਜਾਏਗਾ। ਇਹ ਪਹਿਲੀ ਸਮਾਂ ਸੀਮਾ ਸੀ। ਦੂਜੀ ਸਮਾਂ ਸੀਮਾ ਦਸੰਬਰ 1900 ਵਿੱਚ ਦਿੱਤੀ ਗਈ ਸੀ। ਤੀਜੀ ਸਮਾਂ ਸੀਮਾ ਅਕਤੂਬਰ 2020 ਵਿੱਚ ਦਿੱਤੀ ਗਈ ਸੀ। ਇਸ ਦੇ ਬਾਵਜੂਦ ਜ਼ਮੀਨੀ ਹਕੀਕਤ ਇਹ ਹੈ ਕਿ ਅਜੇ ਤੱਕ CAT-3 ਦੀ ਸਥਾਪਨਾ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਨੂੰ ਭਾਰਤ ਵਿੱਚ ਨਵਾਂ ਰਾਜਦੂਤ ਨਿਯੁਕਤ ਕੀਤਾ ਹੈ। ਅਮਰੀਕੀ ਸੈਨੇਟ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ 12 ਜਨਵਰੀ ਨੂੰ ਉਹਨਾਂ ਦੀ ਨਿਯੁਕਤੀ ਦੀ ਪੁਸ਼ਟੀ ਕਰੇਗੀ। ਜੇਕਰ ਸੈਨੇਟ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ 50 ਸਾਲਾ ਗਾਰਸੇਟੀ ਮੌਜੂਦਾ ਅਮਰੀਕੀ ਰਾਜਦੂਤ ਕੇਨੇਥ ਜਸਟਰ ਦੀ ਥਾਂ ਲੈਣਗੇ। ਇਸ ਜ਼ਿੰਮੇਵਾਰੀ ਨੂੰ ਸਵੀਕਾਰ ਕਰਦਿਆਂ ਗਾਰਸੇਟੀ ਨੇ ਭਾਰਤ ਵਿੱਚ ਰਾਜਦੂਤ ਨਿਯੁਕਤ ਕੀਤੇ ਜਾਣ ਦੀ ਖੁਸ਼ੀ ਜਤਾਈ ਹੈ। 12 ਜਨਵਰੀ ਨੂੰ ਅਮਰੀਕਾ ਦੇ ਸਮੇਂ ਮੁਤਾਬਕ ਸਵੇਰੇ 9 ਵਜੇ ਸੈਨੇਟ ਦੀ ਕਮੇਟੀ ਉਹਨਾਂ ਦੀ ਨਿਯੁਕਤੀ ਦੇ ਪ੍ਰਸਤਾਵ ਤੇ ਵੋਟ ਕਰੇਗੀ। ਗਾਰਸੇਟੀ ਦਾ ਨਾਮ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਬਾਈਡਨ ਦੁਆਰਾ ਪ੍ਰਸਤਾਵਿਤ ਕੀਤਾ ਗਿਆ। ਅਮਰੀਕੀ ਸੰਸਦ ਦੇ ਉਪਰਾਲੇ ਸਦਨ ਸੈਨੇਟ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 50 ਸਾਲਾ ਗਾਰਸੇਟੀ ਮੌਜੂਦਾ ਰਾਜਦੂਤ ਕੇਨੇਥ ਜਸਟਰ ਦੀ ਥਾਂ ਲੈਣਗੇ। ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਨੇ ਇਸ ਸੰਬੰਧੀ ਟਵੀਟ ਕੀਤਾ। ਆਪਣੇ ਟਵੀਟ ਵਿੱਚ ਉਹਨਾਂ ਨੇ ਲਿਖਿਆ ਕਿ ਰਾਸ਼ਟਰਪਤੀ ਜੋ ਬਾਈਡਨ ਨੇ ਮੈਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਹੈ। ਮੈਂ ਇਸ ਨਿਯੁਕਤੀ ਨੂੰ ਸਵੀਕਾਰ ਕਰਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੌਰਾਨ ਕੇਨੇਥ ਜਸਟਰ ਨੂੰ ਭਾਰਤ ਵਿੱਚ ਅਮਰੀਕੀ ਰਾਜਦੂਤ ਨਿਯੁਕਤ ਕੀਤਾ ਗਿਆ ਸੀ। ਵਾਈਟ ਹਾਊਸ ਨੇ ਕਈ ਹੋਰ ਰਾਜਦੂਤਾਂ ਦੇ ਨਾਲ ਗਾਰਸੇਟੀ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਗਾਰਸੇਟੀ 2013 ਤੋਂ ਲਾਸ ਏਂਜਲਸ ਦੇ ਮੇਅਰ ਨੇ। ਉਹ ਲਾਸ ਏਂਜਲਸ ਮੈਟਰੋ ਦੀ ਜ਼ਿੰਮੇਵਾਰੀ ਦੀ ਸੰਭਾਲ ਰਹੇ ਨੇ। ਉਹ C40 ਸੰਸਥਾ ਨੂੰ ਵੀ ਸੰਭਾਲਦੇ ਨੇ। ਇਸ ਵਿੱਚ ਦੁਨੀਆ ਦੇ 97 ਸਭ ਤੋਂ ਵੱਡੇ ਸ਼ਹਿਰ ਸ਼ਾਮਲ ਨੇ। ਇਹ ਸੰਸਥਾ ਜਲਵਾਯੂ ਸੰਬੰਧੀ ਕੰਮ ਕਰਦੀ ਹੈ। ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਇੱਕ ਦਿਨ ਵਿੱਚ 13.5 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਨੇ। ਕਿਸੇ ਦੇਸ਼ ਵਿੱਚ ਇੱਕ ਦਿਨ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਮਾਮਲੇ ਸਾਹਮਣੇ ਆਉਣ ਦਾ ਇਹ ਸਭ ਤੋਂ ਵੱਡਾ ਮਾਮਲਾ ਹੈ। ਇਸ ਤੋਂ ਪਹਿਲਾਂ ਅਮਰੀਕਾ ਵਿੱਚ ਹੀ ਇਸੇ ਸਾਲ ਜਨਵਰੀ ਵਿੱਚ 10,30,000 ਮਾਮਲੇ ਸਾਹਮਣੇ ਆਏ ਸੀ। ਅਮਰੀਕੀ ਸਿਹਤ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਸੋਮਵਾਰ 10 ਜਨਵਰੀ ਨੂੰ 1,36,604 ਲੋਕ ਭਰਤੀ ਕਰਵਾਏ ਗਏ ਸਨ। ਪਿਛਲੇ ਸਾਲ ਜਨਵਰੀ ਵਿੱਚ ਇੱਕ ਦਿਨ 'ਚ ਸਭ ਤੋਂ ਜ਼ਿਆਦਾ 1,32,051 ਲੋਕ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਸਨ। ਅਮਰੀਕਾ ਵਿੱਚ ਹਰ ਦਿਨ ਵੱਡੀ ਗਿਣਤੀ 'ਚ ਮਾਮਲੇ ਆਉਣ ਕਾਰਨ ਸਿਹਤ ਮਾਹਿਰ ਚਿੰਤਾ ਵਿੱਚ ਨੇ। ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਗਈ ਹੈ। ਸਰਕਾਰ ਨੂੰ ਮਰੀਜ਼ਾਂ ਨੂੰ ਉਚਿਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹੱਥ ਪੈਰ ਮਾਰਨੇ ਪੈ ਰਹੇ ਨੇ। ਕੋਰੋਨਾ ਦੇ ਪ੍ਰਕੋਪ ਦੇ ਚਲਦਿਆਂ ਚੀਨ ਨੇ ਹੁਣੇ ਆਪਣੇ ਇੱਕ ਸ਼ਹਿਰ ਵਿੱਚ ਲਾਕਡਾਊਨ ਲਗਾ ਦਿੱਤਾ। ਫਿਲਹਾਲ ਚੀਨ ਦੇ 3 ਸ਼ਹਿਰਾਂ ਵਿੱਚ ਲਾਕਡਾਊਨ ਹੈ। ਇਸ ਦੇ ਚਲਦਿਆਂ ਦੇਸ਼ ਦੀ ਕਰੀਬ 2 ਕਰੋੜ ਆਬਾਦੀ ਘਰਾਂ ਦੇ ਅੰਦਰ ਕੈਦ ਹੋ ਗਈ ਹੈ। ਅਜੇ ਇਹ ਸਾਫ਼ ਨਹੀਂ ਹੈ ਕਿ ਔਨਯਾਂਗ ਸ਼ਹਿਰ ਵਿੱਚ ਲਾਕਡਾਊਨ ਕਿੰਨੇ ਦਿਨ ਤੱਕ ਪ੍ਰਭਾਵੀ ਰਹੇਗਾ, ਕਿਉਂਕਿ ਇੱਕ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵੱਡੇ ਪੱਧਰ ਤੇ ਜਾਂਚ ਦੇ ਲਈ ਲਗਾਇਆ ਗਿਆ ਹੈ। ਨੋਟਿਸ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਜਾਂਚ ਪ੍ਰਕਿਰਿਆ ਕਦੋਂ ਤੱਕ ਪੂਰੀ ਹੋ ਸਕਦੀ ਹੈ। ਇਸ ਸ਼ਹਿਰ ਦੀ ਆਬਾਦੀ 55 ਲੱਖ ਹੈ। ਇਸ ਤੋਂ ਇਲਾਵਾ ਸ਼ਿਆਨ ਵਿੱਚ 1.3 ਕਰੋੜ ਲੋਕ ਅਤੇ ਜੁਜਾਓ ਵਿੱਚ 11 ਲੱਖ ਲੋਕ ਲਾਕਡਾਊਨ ਦੀ ਪਾਬੰਦੀਆਂ ਦੇ ਵਿੱਚ ਰਹਿਣਗੇ। ਜਾਪਾਨ ਦੇ ਪ੍ਰਧਾਨ ਮੰਤਰੀ ਕਿਸ਼ੀਦਾ ਨੇ ਕਿਹਾ ਕਿ ਬਜ਼ੁਰਗਾਂ ਨੂੰ ਕੋਰੋਨਾ ਰੋਕੂ ਟੀਕੇ ਦੀ ਬੂਸਟਰ ਡੋਜ਼ ਦੇਣ ਦੇ ਪ੍ਰੋਗਰਾਮ ਨੂੰ ਤੇਜ਼ ਕਰਨ ਅਤੇ ਕੋਰੋਨਾ ਦੇ ਨਵੇਂ ਸਰੂਪ ਓਮਿਕਰੌਨ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਫਰਵਰੀ ਵਿੱਚ ਜ਼ਿਆਦਾਤਰ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਦੀਆਂ ਸਰਹੱਦਾਂ ਬੰਦ ਰਹਿਣਗੀਆਂ।
ਕੈਨੇਡਾ ਵਿੱਚ ਕਰੋਨਾ ਦੇ ਨਵੇਂ ਵੈਰੀਐਂਟ ਓਮਿਕਰੌਨ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਨੇ। ਇਸ ਦੇ ਬਾਵਜੂਦ ਓਨਟਾਰੀਓ ਦੀ ਡਗ ਫੋਰਡ ਸਰਕਾਰ ਨੇ ਸਕੂਲ ਖੁੱਲ੍ਹਣ ਦੀ ਤਿਆਰੀ ਕਰ ਲਈ ਹੈ। ਪ੍ਰੀਮੀਅਰ ਦਿਕ ਬੁਲਾਰੇ ਨੇ ਮੀਡੀਆ ਕੋਲ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਓਨਟਾਰੀਓ 'ਚ 17 ਜਨਵਰੀ ਤੋਂ ਸਕੂਲ ਖੁੱਲ੍ਹ ਜਾਣਗੇ। ਇਸ ਤੋਂ ਪਹਿਲਾਂ 3 ਜਨਵਰੀ ਨੂੰ ਸਕੂਲ ਖੁੱਲ੍ਹਣ ਦਾ ਐਲਾਨ ਕੀਤਾ ਗਿਆ ਸੀ, ਪਰ ਸਰਕਾਰ ਨੇ 5 ਜਨਵਰੀ ਤੱਕ ਇਹ ਫੈਸਲਾ ਟਾਲਦੇ ਹੋਏ ਕਿਹਾ ਸੀ ਕਿ ਇਹ 2 ਦਿਨ ਸਕੂਲਾਂ ਨੂੰ ਇਸ ਲਈ ਦਿੱਤੇ ਜਾ ਰਹੇ ਨੇ ਤਾਂ ਜੋ ਆਪਣੇ ਸਟਾਫ ਨੂੰ N95 ਮਾਸਕ ਮੁਹੱਈਆ ਕਰਵਾ ਸਕਣ। ਇਸ ਤੋਂ ਬਾਅਦ ਪਿਛਲੇ ਹਫ਼ਤੇ ਹੀ ਓਨਟਾਰੀਓ ਸਰਕਾਰ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਸੂਬੇ ਦੇ ਸਾਰੇ ਵਿਦਿਆਰਥੀ 17 ਜਨਵਰੀ ਤੱਕ ਆਪਣੇ ਘਰੋਂ ਹੀ ਆਨਲਾਈਨ ਪੜ੍ਹਾਈ ਕਰਨਗੇ। ਪਰ ਹੁਣ ਫਿਰ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਧਰ ਮਹਾਮਾਰੀ ਵੀ ਸਿਖਰਾਂ ਤੇ ਚੱਲ ਰਹੀ ਹੈ। ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਵਾਲੀ ਓਨਟਾਰੀਓ ਸਰਕਾਰ ਨੇ ਸੂਬੇ ਵਿੱਚ ਓਮਿਕਰੌਨ ਦੇ ਕੇਸ ਵਧਣ ਕਾਰਨ ਸਕੂਲ ਬੰਦ ਕਰਨ ਦਾ ਫੈਸਲਾ ਲਿਆ ਸੀ। ਅਮਰੀਕਾ ਦੇ ਖੋਜਕਾਰਾਂ ਦੀ ਇੱਕ ਟੀਮ ਨੇ ਪਾਇਆ ਹੈ ਕਿ ਮੌਜੂਦਾ ਕਰੋਨਾ ਮਹਾਮਾਰੀ ਦੇ ਪਹਿਲੇ ਸਾਲ ਦੌਰਾਨ ਜਨਮ ਲੈਣ ਵਾਲੇ ਬੱਚੇ ਦੇ ਵਿਕਾਸ ਸਕਰੀਨਿੰਗ ਟੈਸਟ ਦਾ ਸਕੋਰ ਘਟ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬੱਚਿਆਂ ਤੇ ਇਸ ਗੱਲ ਦਾ ਅਸਰ ਨਹੀਂ ਦਿਖਾਇਆ ਕਿ ਪ੍ਰੈਗਨੈਂਸੀ ਦੌਰਾਨ ਮਾਂ ਕਰੋਨਾ ਨਾਲ ਇਨਫੈਕਟਡ ਹੋਈ ਸੀ ਜਾਂ ਨਹੀਂ। ਇਹ ਸਟੱਡੀ 2020 ਵਿੱਚ ਮਾਰਚ ਤੋਂ ਦਸੰਬਰ ਵਿਚਾਲੇ ਨਿਊਯਾਰਕ ਪ੍ਰੈਸਬਿਟੇਰੀਅਨ ਮਾਰਗਨ ਸਟੈਨਲੀ ਚਿਲਡਰਨ ਹਸਪਤਾਲ ਅਤੇ ਏਲਨ ਹਸਪਤਾਲ ਵਿੱਚ ਜਨਮੇ 255 ਬੱਚਿਆਂ ਤੇ ਕੀਤੀ ਗਈ। ਕੋਲੰਬੀਆ ਯੂਨੀਵਰਸਿਟੀ ਦੇ ਬੈਗੋਲਸ ਕਾਲਜ ਆਫ ਫਿਜ਼ੀਸ਼ੀਅਨ ਐਂਡ ਸਰਜਨ ਨੇ ਪੀਡੀਆਟ੍ਰਿਕਸ ਦੇ ਅਸਿਸਟੈਂਟ ਪ੍ਰੋਫੈਸਰ ਡਾਨੀ ਨੇ ਦੱਸਿਆ ਕਿ ਪ੍ਰੈਗਨੈਂਸੀ ਦੌਰਾਨ ਜੋ ਔਰਤਾਂ ਇਨਫੈਕਟਡ ਹੋਈਆਂ ਸਨ, ਉਹਨਾਂ ਦੇ ਬੱਚਿਆਂ ਵਿੱਚ ਤੰਤਰਿਕ ਸੰਬੰਧੀ ਭਾਵ ਨਿਊਰੋ ਨਾਲ ਸੰਬੰਧਿਤ ਵਿਕਾਸ ਵਿੱਚ ਕਮੀ ਜ਼ਿਆਦਾ ਜ਼ੋਖਮ ਮੰਨਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਅਸੀਂ ਸੋਚਿਆ ਸੀ ਕਿ ਕੋਵਿਡ ਇਨਫੈਕਟਡ ਮਾਤਾਵਾਂ ਤੋਂ ਜਨਮੇ ਬੱਚਿਆਂ ਵਿੱਚ ਤੰਤਰਿਕਾ ਵਿਕਾਸ ਵਿੱਚ ਕੁਝ ਬਦਲਾਅ ਦਿਖਣਗੇ, ਪਰ ਅਸੀਂ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਕੋਵਿਡ ਇਨਫੈਕਸ਼ਨ ਦਾ ਕੋਈ ਅਸਰ ਨਹੀਂ ਦਿਖਿਆ, ਜਦਕਿ ਗਰਭ ਤੰਤਰਿਕਾ ਵਿਕਾਸ ਵਿੱਚ ਕਮੀ ਨਾਲ ਜੁੜਿਆ ਹੁੰਦਾ ਹੈ। ਹਾਲਾਂਕਿ ਮੋਟਰ ਅਤੇ ਸਮਾਜਿਕ ਹੁਨਰ ਦਾ ਸਕੋਰ ਜ਼ਰੂਰ ਥੋੜਾ ਘੱਟ ਸੀ। ਇਹ ਨਤੀਜਾ ਦੱਸਦਾ ਹੈ ਕਿ ਮਹਾਮਾਰੀ ਦੌਰਾਨ ਪ੍ਰੈਗਨੈਂਟ ਔਰਤਾਂ ਵੱਲੋਂ ਵੱਡੇ ਪੈਮਾਨੇ ਤੇ ਮਹਿਸੂਸ ਕੀਤੇ ਗਏ ਤਣਾਅ ਦਾ ਜ਼ਰੂਰ ਅਸਰ ਰਿਹਾ। ਕ੍ਰੈਮਲਿਨ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ਅਤੇ ਸੁਰੱਖਿਆ ਨਾਲ ਜੁੜੇ ਹੋਰ ਮੁੱਦਿਆਂ ਤੇ ਰੂਸ ਅਤੇ ਅਮਰੀਕਾ ਦਰਮਿਆਨ ਬੈਠਕ ਵਿੱਚ ਉਹਨਾਂ ਨੂੰ ਭਰੋਸਾ ਹੋਣ ਦਾ ਅਹਿਮ ਕਾਰਨ ਨਹੀਂ ਦਿਖਾਈ ਦੇ ਰਿਹਾ। ਯੂਕਰੇਨ ਦੇ ਮੁੱਦੇ ਤੇ ਤਣਾਅ ਨੂੰ ਖਤਮ ਕਰਨ ਨੂੰ ਲੈ ਕੇ ਸੋਮਵਾਰ ਨੂੰ ਜਨੇਵਾ 'ਚ ਬੈਠਕ ਹੋਈ ਅਤੇ ਇਸ ਵਿੱਚ ਪ੍ਰਗਤੀ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਮਾਸਕੋ ਇਸ ਗੱਲ ਤੇ ਅੜਿਆ ਰਿਹਾ ਕਿ ਉੱਤਰ ਅਟਲਾਂਟਿਕ ਸੰਧੀ ਸੰਗਠਨ ਦੀ ਪੂਰਬ ਵੱਲ ਵਿਸਤਾਰ ਨੂੰ ਰੋਕਣ ਦਾ ਭਰੋਸਾ ਦਿੱਤਾ ਜਾਵੇ। ਨਾਲ ਹੀ ਉਸਨੇ ਪੂਰਬੀ ਯੂਰਪ ਵਿੱਚ ਤਾਇਨਾਤ ਫੌਜੀ ਗੱਠਜੋੜ ਨੂੰ ਵਾਪਸ ਲਿਆਉਣ ਦੀ ਵੀ ਮੰਗ ਕੀਤੀ ਹੈ। ਇਹਨਾਂ ਮੰਗਾਂ ਨੂੰ ਅਮਰੀਕਾ ਪਹਿਲਾਂ ਵੀ ਦ੍ਰਿੜਤਾ ਤੋਂ ਖਾਰਿਜ ਕਰ ਚੁੱਕਿਆ। ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਖੁੱਲ੍ਹੀ, ਵਿਆਪਕ ਅਤੇ ਸਿੱਧੀ ਗੱਲਬਾਤ ਹੋਈ ਜੋ ਸਕਾਰਾਤਮਕ ਮੁਲਾਂਕਣ ਦੀ ਹੱਕਦਾਰ ਹੈ, ਪਰ ਜੋ ਗੱਲ ਮਾਇਨੇ ਰੱਖਦੀ ਹੈ ਉਹ ਹੈ ਨਤੀਜਾ। ਤਾਂ ਫਿਲਹਾਲ ਅਸੀਂ ਕਹਿ ਸਕਦੇ ਹਾਂ ਕਿ ਭਰੋਸਾ ਹੋਣ ਦਾ ਕੋਈ ਅਹਿਮ ਕਾਰਨ ਨਹੀਂ ਦਿਖਦੇ। ਉਹਨਾਂ ਨੇ ਕਿਹਾ ਕਿ ਅਜੇ ਕਈ ਦੌਰ ਦੀ ਗੱਲਬਾਤ ਹੋਣੀ ਹੈ ਜਿਸ ਵਿੱਚ ਸਪਸ਼ਟ ਸਮਝ ਬਣੇਗੀ, ਇੱਕ ਸਪਸ਼ਟ ਤਸਵੀਰ ਸਾਹਮਣੇ ਆਏਗੀ ਕਿ ਅਸੀਂ ਅਮਰੀਕਾ ਨਾਲ ਕਿੱਥੇ ਖੜੇ ਹਾਂ, ਪਰ ਅਜੇ ਕੋਈ ਵੀ ਨਤੀਜਾ ਕੱਢਣਾ ਸੰਭਵ ਨਹੀਂ ਹੈ। ਪਿਛਲੇ ਮਹੀਨੇ ਮਾਸਕੋ ਨੇ ਸੁਰੱਖਿਆ ਮਸੌਦਾ ਪ੍ਰਸਤੁਤ ਕੀਤਾ ਸੀ ਜਿਸ ਵਿੱਚ ਨਾਟੋ 'ਚ ਯੂਕਰੇਨ ਅਤੇ ਹੋਰ ਸਾਬਕਾ ਸੋਵੀਅਤ ਦੇਸ਼ਾਂ ਨੂੰ ਮੈਂਬਰਸ਼ਿਪ ਦੇਣ ਤੋਂ ਇਨਕਾਰ ਕਰਨ ਅਤੇ ਮੱਧ ਅਤੇ ਪੂਰਬੀ ਯੂਰਪ ਵਿੱਚ ਗੱਠਜੋੜ ਵਾਲੀ ਫੌਜੀ ਤਾਇਨਾਤੀ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ। ਪੰਜਾਬ ਅਤੇ ਬਾਹਰਲੇ ਸੂਬਿਆਂ ਵਿੱਚ ਆਪਣੀਆਂ ਸਜ਼ਾ ਪੂਰੀਆਂ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ ਤੋਂ ਲੈ ਕੇ ਗਵਰਨਰ ਹਾਊਸ ਚੰਡੀਗੜ੍ਹ ਤੱਕ ਰੱਖੇ ਗਏ ਬੰਦੀ ਸਿੰਘ ਰਿਹਾਈ ਮਾਰਚ ਵਿੱਚ ਹੁਮ-ਹਮਾ ਕੇ ਸ਼ਾਮਲ ਹੋਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ, ਸਿੱਖ ਸਿਆਸੀ ਪਾਰਟੀਆਂ, ਨਿਹੰਗ ਸਿੰਘ ਜਥੇਬੰਦੀਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਦਾ ਵਰਲਡ ਸਿੱਖ ਪਾਰਲੀਮੈਂਟ ਨੇ ਤਹਿ ਦਿਲੋਂ ਧੰਨਵਾਦ ਕੀਤਾ ਹੈ। ਬੰਦੀ ਸਿੰਘ ਰਿਹਾਈ ਮਾਰਚ ਵਿੱਚ ਸਿੱਖਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਸਰਕਾਰ ਅਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹ ਠੋਸ ਸੁਨੇਹਾ ਦਿੱਤਾ ਹੈ ਕਿ ਸਮੂਹ ਸਿੱਖਾਂ ਲਈ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦਾ ਮੁੱਦਾ ਬਹੁਤ ਹੀ ਅਹਿਮ ਹੈ ਅਤੇ ਸਮੂਹ ਸਿੱਖਾਂ ਦੀ ਭਾਵਨਾਵਾਂ ਇਸ ਮਾਮਲੇ ਨਾਲ ਜੁੜੀਆਂ ਹੋਈਆਂ ਨੇ। ਭਾਰਤ ਸਰਕਾਰ ਅਤੇ ਪੰਜਾਬ ਅਤੇ ਭਾਰਤ ਦੀਆਂ ਸਿਆਸੀ ਪਾਰਟੀਆਂ ਵੱਲੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਦੇ ਮਸਲੇ ਨੂੰ ਆਪਣੇ ਸਿਆਸੀ ਲਾਭ ਲੈਣ ਲਈ ਵਰਤਿਆ ਜਾਣਾ ਬਹੁਤ ਹੀ ਮੰਦਭਾਗਾ ਹੈ ਅਤੇ ਸਿੱਖ ਬੰਦੀਆਂ ਨਾਲ ਲਗਾਤਾਰ ਕੀਤੀ ਜਾ ਰਹੀ ਬੇਇਨਸਾਫੀ ਨੂੰ ਸਿੱਖ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨਗੇ। ਇਸ ਤੇ ਵਿਸ਼ਾਲ ਮਾਰਚ ਨੇ ਉਪਰੋਕਤ ਸੁਨੇਹਾ ਬਹੁਤ ਹੀ ਠੋਸ ਰੂਪ ਵਿੱਚ ਸੰਬੰਧਿਤ ਧਿਰਾਂ ਦੇ ਕੰਨਾਂ ਤੱਕ ਪਹੁੰਚਾ ਦਿੱਤਾ ਹੈ।
ਵਰਲਡ ਸਿੱਖ ਪਾਰਲੀਮੈਂਟ ਸਮੂਹ ਸਿੱਖਾਂ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਜਦੋਂ ਤੱਕ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਨਹੀਂ ਹੋ ਜਾਂਦੀ, ਇਸੇ ਤਰ੍ਹਾਂ ਇਕਜੁੱਟਤਾ ਦਾ ਪ੍ਰਗਟਾਵਾ ਕਰਕੇ ਸਮੂਹਬੰਦੀ ਸਿੰਘਾਂ ਅਤੇ ਸਿੱਖ ਨੌਜਵਾਨਾਂ ਦੇ ਨਾਲ ਹੋ ਰਹੀਆਂ ਬੇਇਨਸਾਫੀਆਂ ਖਿਲਾਫ ਆਵਾਜ਼ ਉਠਾਉਂਦੇ ਰਹਿਣ। ਵਰਲਡ ਸਿੱਖ ਪਾਰਲੀਮੈਂਟ ਬੰਦੀ ਸਿੰਘ ਰਿਹਾਈ ਮਾਰਚ ਉਲੀਕਣ ਵਾਲੀਆਂ ਜਥੇਬੰਦੀਆਂ ਤੇ ਮਾਰਚ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਸਮੂਹ ਸਿੱਖ ਜਥੇਬੰਦੀਆਂ ਤੇ ਸੰਗਤਾਂ ਦਾ ਧੰਨਵਾਦ ਕਰਦੀ ਹੈ। ਇਸ ਸਮੇਂ ਜਿੱਥੇ ਲਾਸ ਏਂਜਲਸ ਵਿੱਚ ਸਕੂਲ ਖੁੱਲਣ ਦੀ ਤਿਆਰੀ ਕੀਤੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਤਕਰੀਬਨ 62,000 ਵਿਦਿਆਰਥੀਆਂ, ਅਧਿਆਪਕਾਂ ਤੇ ਹੋਰ ਸਟਾਫ ਮੈਂਬਰਾਂ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਉਣ ਉਪਰੰਤ ਚਿੰਤਾ ਵੱਧ ਗਈ ਹੈ। ਲਾਸ ਏਂਜਲਸ ਯੂਨਾਈਟਿਡ ਸਕੂਲ ਡਿਸਟ੍ਰਿਕਟ ਅਨੁਸਾਰ ਸਕੂਲ ਆਉਣ ਤੋਂ ਪਹਿਲਾਂ ਵਿਦਿਆਰਥੀਆਂ ਤੇ ਹੋਰ ਮੁਲਾਜ਼ਮਾਂ ਨੂੰ ਆਪਣੀ ਕਰੋਨਾ ਟੈਸਟ ਰਿਪੋਰਟ ਨੈਗੇਟਿਵ ਵਿਖਾਉਣ ਦੀ ਲੋੜ ਹੈ। ਅਮਰੀਕਾ ਦੇ ਦੂਸਰੇ ਸਭ ਤੋਂ ਵੱਡੇ ਲਾਸ ਏਂਜਲਸ ਸਕੂਲ ਡਿਸਟ੍ਰਿਕਟ ਦੇ 6,40,000 ਤੋਂ ਵੱਧ ਵਿਦਿਆਰਥੀ ਨੇ। ਇਨ੍ਹਾਂ ਵਿੱਚੋਂ ਤਕਰੀਬਨ 4,14,000 ਦੀਆਂ ਕਰੋਨਾ ਰਿਪੋਰਟਾਂ ਪੋਜ਼ਿਟਿਵ ਆਈਆਂ ਨੇ। ਸਮੁੱਚੀ ਲਾਸ ਏਂਜਲਸ ਕਾਉਂਟੀ ਵਿੱਚ ਪੋਜ਼ਿਟਿਵਿਟੀ ਦਰ 22% ਤੋਂ ਉੱਪਰ ਹੈ। ਸਕੂਲ ਡਿਸਟ੍ਰਿਕਟ ਦੇ ਬੁਲਾਰੇ ਸ਼ਾਨੋਨ ਹੈਬਰ ਦਾ ਕਹਿਣਾ ਹੈ ਕਿ ਤਕਰੀਬਨ 4,000 ਸਟਾਫ ਮੈਂਬਰ ਸਮੇਤ ਅਸੀਂ ਸਾਰੇ ਸਕੂਲ ਖੋਲ੍ਹਣ ਲਈ ਤਿਆਰ ਹਾਂ। ਜਨਵਰੀ ਦੇ ਪਹਿਲੇ ਹਫ਼ਤੇ ਵਿੱਚ ਪੂਰੇ ਯੂਰਪ ਵਿੱਚ ਕੋਵਿਡ-19 ਦੇ ਓਮਿਕਰੌਨ ਰੂਪ ਦੇ 70 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਨੇ, ਜੋ ਕਿ ਸਿਰਫ 2 ਹਫ਼ਤੇ ਵਿੱਚ ਦੁੱਗਣੇ ਹੋਣ ਤੋਂ ਵੀ ਵੱਧ ਨੇ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ ਯੂਰਪ ਦੇ ਨਿਰਦੇਸ਼ਕ ਡਾਕਟਰ ਹਾਈਨਜ਼ ਕਲੂਗ ਨੇ ਮੰਗਲਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਇਸ ਦੇ ਖੇਤਰ ਵਿੱਚ 26 ਦੇਸ਼ਾਂ ਨੇ ਰਿਪੋਰਟ ਦਿੱਤੀ ਹੈ ਕਿ ਉਹਨਾਂ ਦੀ 1% ਤੋਂ ਵੱਧ ਆਬਾਦੀ ਹਰ ਹਫ਼ਤੇ ਕੋਵਿਡ-19 ਨਾਲ ਪੋਜ਼ਿਟਿਵ ਹੋ ਰਹੀ ਹੈ। ਜਾਰੀ ਜਾਣਕਾਰੀ ਮੁਤਾਬਕ ਅਗਲੇ 4 ਤੋਂ 6 ਹਫ਼ਤੇ ਤੱਕ ਯੂਰਪ ਦੀ ਲਗਭਗ ਅੱਧੀ ਆਬਾਦੀ ਓਮਿਕਰੌਨ ਦੀ ਲਾਗ ਦਾ ਸ਼ਿਕਾਰ ਹੋ ਸਕਦੀ ਹੈ। ਅਮਰੀਕਾ ਨੇ ਅਫਗਾਨਿਸਤਾਨ ਲਈ $30.8 ਕਰੋੜ ਦੀ ਵਾਧੂ ਮਨੁੱਖੀ ਸਹਾਇਤਾ ਦਾ ਐਲਾਨ ਕੀਤਾ ਹੈ। ਇਹ ਨਵੀਂ ਸਹਾਇਤਾ ਅਜਿਹੇ ਸਮੇਂ ਐਲਾਨ ਕੀਤੀ ਗਈ ਹੈ ਜਦ ਤਾਲਿਬਾਨ ਦੇ ਕਬਜ਼ੇ ਦੇ ਕਰੀਬ 5 ਮਹੀਨੇ ਬਾਅਦ ਦੇਸ਼ ਗੰਭੀਰ ਮਨੁੱਖੀ ਸੰਕਟ ਵੱਲ ਵਧ ਰਿਹਾ ਹੈ। ਵਾਈਟ ਹਾਊਸ ਦੀ ਬੁਲਾਰਨ ਐਮਿਲੀ ਹਾਰਨੇ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕਿਹਾ ਕਿ ਅੰਤਰਰਾਸ਼ਟਰੀ ਵਿਕਾਸ ਲਈ ਅਮਰੀਕੀ ਏਜੰਸੀ ਤੋਂ ਨਵੀਂ ਮਦਦ ਸੁਤੰਤਰ ਮਨੁੱਖੀ ਸੰਗਠਨਾਂ ਰਾਹੀਂ ਦਿੱਤੀ ਜਾਏਗੀ, ਜਿਸ ਨੂੰ ਸਿਹਤ, ਸਰਦੀਆਂ ਤੋਂ ਬਚਣ 'ਚ ਸਹਾਇਤਾ, ਐਮਰਜੈਂਸੀ ਭੋਜਨ ਸਹਾਇਤਾ, ਪਾਣੀ ਅਤੇ ਸਵੱਛਤਾ ਸੇਵਾ ਤੇ ਖਰਚ ਕੀਤਾ ਜਾਏਗਾ। ਦੱਸਣਯੋਗ ਹੈ ਕਿ USAID ਨੇ ਤਾਲਿਬਾਨ ਤੋਂ ਸਹਾਇਤਾ ਕਰਮਚਾਰੀਆਂ, ਖਾਸ ਤੌਰ ਤੇ ਮਹਿਲਾਵਾਂ ਨੂੰ ਸੁਤੰਤਰ ਅਤੇ ਸੁਰੱਖਿਅਤ ਤਰੀਕੇ ਨਾਲ ਕੰਮ ਕਰਨ ਦੇਣ ਦਾ ਸੱਦਾ ਦਿੱਤਾ ਹੈ ਤਾਂ ਕਿ ਮਨੁੱਖੀ ਸਮੂਹ ਪੀੜਤਾਂ ਦੀ ਸਹਾਇਤਾ ਕਰ ਸਕਣ। ਏਜੰਸੀ ਨੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਤਾਲਿਬਾਨ ਨਾਲ ਨਿਰਵਿਘਨ ਮਨੁੱਖੀ ਸਹਾਇਤਾ ਨੂੰ ਬਣਾਏ ਰੱਖਣ ਅਤੇ ਮਨੁੱਖੀ ਕਾਰਜਾਂ ਲਈ ਸੁਰੱਖਿਅਤ ਮਾਹੌਲ ਬਣਾਉਣ, ਸਾਰੇ ਅਸੁਰੱਖਿਅਤ ਲੋਕਾਂ ਤੱਕ ਸੁਤੰਤਰ ਰੂਪ ਨਾਲ ਸਹਾਇਤਾ ਪਹੁੰਚਾਉਣ ਦੇ ਪ੍ਰਬੰਧਾਂ ਅਤੇ ਸਾਰੇ ਲਿੰਗ ਦੇ ਸਹਾਇਤਾ ਕਰਮਚਾਰੀਆਂ ਦੀ ਅਗਵਾਈ ਯਕੀਨੀ ਕਰਨ ਦੀ ਮੰਗ ਕਰਨਾ ਜਾਰੀ ਰੱਖੇਗਾ। ਇਸ ਨਵੀਂ ਮਦਦ ਨਾਲ ਹੀ ਅਗਸਤ ਤੋਂ ਬਾਅਦ ਹੁਣ ਤੱਕ ਅਮਰੀਕਾ ਵੱਲੋਂ $78 ਕਰੋੜ ਦੀ ਸਹਾਇਤਾ ਅਫਗਾਨਿਸਤਾਨ ਲਈ ਐਲਾਨ ਕੀਤੀ ਜਾ ਚੁੱਕੀ ਹੈ। ਸੰਯੁਕਤ ਰਾਸ਼ਟਰ ਮੁਤਾਬਕ ਅਫਗਾਨਿਸਤਾਨ ਦੀ 3.8 ਕਰੋੜ ਆਬਾਦੀ ਚੋਂ 22% ਅਕਾਲ ਦੀ ਸਥਿਤੀ ਦਾ ਅਤੇ ਹੋਰ 36% ਗੰਭੀਰ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਰਹੀ ਹੈ। ਅਮਰੀਕਾ ਦੇ ਲਾਸ ਏਂਜਲਸ ਵਿੱਚ ਇੱਕ ਛੋਟੇ ਜਹਾਜ਼ ਦੇ ਪਾਇਲਟ ਨੇ ਕੁਝ ਹੀ ਮਿੰਟਾਂ ਵਿੱਚ 2 ਵਾਰ ਮੌਤ ਨੂੰ ਮਾਤ ਦਿੱਤੀ। ਐਤਵਾਰ ਇੱਕ ਛੋਟਾ ਜਹਾਜ਼ ਇੱਕ ਰੇਲ ਮਾਰਗ ਤੇ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਪਾਇਲਟ ਬਾਲ-ਬਾਲ ਬਚਿਆ ਅਤੇ ਫਿਰ ਪੁਲਿਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਪਟੜੀ ਤੋਂ ਤੁਰੰਤ ਹਟਾ ਲੈਣ ਨਾਲ ਉਹ ਇੱਕ ਯਾਤਰੀ ਟ੍ਰੇਨ ਦੀ ਲਪੇਟ ਵਿੱਚ ਆਉਣ ਤੋਂ ਬਚ ਗਿਆ। ਬਾਡੀ ਕੈਮ ਵੀਡੀਓ ਵਿੱਚ ਅਧਿਕਾਰੀ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਚੁੱਕੇ ਸੇਸਨਾ 172 ਜਹਾਜ਼ ਦੇ ਕਾਕਪਿਟ ਵਿੱਚੋਂ ਖੂਨ ਨਾਲ ਲੱਥਪੱਥ ਪਾਇਲਟ ਨੂੰ ਕੱਢਦੇ ਹੋਏ ਨਜ਼ਰ ਆਏ। ਪੁਲਿਸ ਕੈਪਟਨ ਕ੍ਰਿਸਟੋਫਰ ਜੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੈਕੋਇਮਾ ਦੇ ਸੈਨ ਫਰਨਾਂਡੋ ਵੈਲੀ ਵਿੱਚ ਵਾਈਟਮੈਨ ਹਵਾਈ ਅੱਡੇ ਤੋਂ ਸਿੰਗਲ ਇੰਜਣ ਜਹਾਜ਼ ਨੇ ਉਡਾਣ ਭਰੀ ਸੀ, ਜੋ ਕੁਝ ਦੇਰ ਬਾਅਦ ਹੀ ਇੱਕ ਰੇਲਵੇ ਕ੍ਰਾਸਿੰਗ ਤੇ ਹਾਦਸਾਗ੍ਰਸਤ ਹੋ ਗਿਆ। ਹਾਦਸਾ ਹੋਣ ਦੇ ਕੁਝ ਮਿੰਟ ਬਾਅਦ ਅਧਿਕਾਰੀ ਮੌਕੇ ਤੇ ਪਹੁੰਚ ਗਏ। ਸਾਰਜੈਂਟ ਜੋਸੇਫ ਕਿਵੈਸਟਨੀ ਨੇ CBSN ਲਾਸ ਏਂਜਲਸ ਨੂੰ ਕਿਹਾ, ਮੈਂ ਮੋਟਰਿੰਗ ਸਾਰੀਆਂ ਟ੍ਰੇਨ ਗਤੀਵਿਧੀਆਂ ਨੂੰ ਰੋਕਣ ਦੀ ਅਪੀਲ ਕੀਤੀ, ਪਰ ਜਹਾਜ਼ ਤੌਰ ਤੇ ਅਜਿਹਾ ਨਹੀਂ ਹੋਇਆ। ਉੱਥੇ ਅਧਿਕਾਰੀ ਕ੍ਰਿਸਟੋਫਰ ਓਬੋਇਟ ਨੇ KABC TV ਨੂੰ ਦੱਸਿਆ ਕਿ ਉਹ ਸ਼ੁਰੂ ਵਿੱਚ ਹਾਦਸਾਗ੍ਰਸਤ ਜਹਾਜ਼ ਦੇ ਪਾਇਲਟ ਨੂੰ ਸੁਚੇਤ ਰੱਖਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਕਾਕਪਿਟ ਦੇ ਅੰਦਰ ਫਸਿਆ ਹੋਇਆ ਸੀ। ਅਧਿਕਾਰੀ ਰਾਬਰਟ ਚਰਾਕ ਨੇ ਦੱਸਿਆ ਕਿ ਇਸ ਦੇ ਤੁਰੰਤ ਬਾਅਦ ਹੀ ਘੰਟੀਆਂ ਦੀ ਆਵਾਜ਼ ਆਉਣ ਲੱਗੀ ਅਤੇ ਚਮਕਦੀ ਰੋਸ਼ਨੀ ਨਾਲ ਟ੍ਰੇਨ ਦੇ ਆਉਣ ਦਾ
ਸੰਕੇਤ ਮਿਲਿਆ। ਉਹਨਾਂ ਨੇ ਕਿਹਾ ਸੀ ਦੇਖਿਆ ਕਿ ਟ੍ਰੇਨ ਤੇਜ਼ ਗਤੀ ਨਾਲ ਸਾਡੇ ਵੱਲ ਆ ਰਹੀ ਹੈ। ਅਧਿਕਾਰੀ ਡੈਮੀਅਨ ਕਾਸਤਰੋ ਨੇ KNBC TV ਨੂੰ ਦੱਸਿਆ ਕਿ ਇੰਨੇ ਸਾਲਾਂ ਦੀ ਸਿਖਲਾਈ ਕੰਮ ਆਈ। ਅਜਿਹੇ ਸਮੇਂ ਵਿੱਚ ਤੁਹਾਡੇ ਕੋਲ ਜ਼ਿਆਦਾ ਸੋਚਣ ਦਾ ਸਮਾਂ ਨਹੀਂ ਹੁੰਦਾ, ਬਸ ਤੁਹਾਨੂੰ ਅੱਗੇ ਵਧਣਾ ਹੁੰਦਾ ਹੈ। ਬॉडी कैम ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਅਧਿਕਾਰੀਆਂ ਵੱਲੋਂ ਪਾਇਲਟ ਨੂੰ ਉੱਥੋਂ ਹਟਾਉਂਦੇ ਹੀ ਟ੍ਰੇਨ ਉੱਥੋਂ ਜਹਾਜ਼ ਨੂੰ ਜ਼ੋਰਦਾਰ ਟੱਕਰ ਮਾਰਦੀ ਹੋਈ ਨਿਕਲ ਗਈ। ਸ਼ਰਾਫ ਨੇ ਕਿਹਾ ਪਾਇਲਟ ਨੇ 10 ਮਿੰਟ ਦੇ ਅੰਦਰ ਮੌਤ ਨੂੰ 2 ਵਾਰ ਮਾਤ ਦੇ ਦਿੱਤੀ। रूस के राष्ट्रपति व्लादिमीर पुतिन जदों चाहण दुनिया विच इंटरनेट ब्लैकआउट कर सकते ने। यह चेतावनी ब्रिटेन के एक प्रमुख फौजी अधिकारी ने दी। समुद्र विच हज़ारां फुट हेठां ਉਹ इंटरनेट केबल्स ਹਨ जो ग्लोबल ਨੈਟਵਰਕ ਪ੍ਰਦਾਨ ਕਰਦੀਆਂ ਨੇ। ਜੇਕਰ ਇਹਨਾਂ ਕੇਬਲਸ ਨੂੰ ਡਿਸੇਬਲਡ ਕਰ ਦਿੱਤਾ ਜਾਵੇ ਤਾਂ ਅਸੀਂ ਆਪਣੇ ਫੋਨ ਅਤੇ ਲੈਪਟਾਪ ਤੇ ਕੋਈ ਵੀ ਵੈਬ ਐਕਸੈਸ ਨਹੀਂ ਕਰ ਸਕਾਂਗੇ। ਇਸ ਨਾਲ ਦੁਨੀਆ ਦੇ ਹਰ ਖੇਤਰ ਵਿੱਚ ਕੰਮ ਰੁਕ ਜਾਏਗਾ। ਅਜਿਹੇ ਵਿੱਚ ਨਿਊਕਲੀਅਰ ਯੰਗ ਵਾਂਗ ਹੀ ਇਹ ਵੀ ਇੱਕ ਵੱਡਾ ਖਤਰਾ ਹੈ ਜੋ ਸਾਰਿਆਂ ਦੇ ਦੈਨਿਕ ਜੀਵਨ ਤੇ ਅਸਰ ਪਾਏਗਾ। ਬ੍ਰਿਟੇਨ ਦੇ ਨਵ-ਨਿਯੁਕਤ ਚੀਫ ਆਫ ਡਿਫੈਂਸ ਸਟਾਫ ਐਡਮਿਰਲ ਸਰ ਟੋਨੀ ਰੈਡਕਿਨ ਨੇ ਰੂਸ ਨੂੰ ਇੱਕ ਵਿਗੜੀ ਤਾਕਤ ਦੱਸਿਆ। ਉਹ ਇਹਨਾਂ ਤੇ ਵੀ ਹਮਲਾ ਕਰ ਸਕਦਾ ਹੈ। ਇੱਕ ਇੰਟਰਵਿਊ ਵਿੱਚ ਰੈਡਕਿਨ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਰੂਸ ਦੀਆਂ ਸਮਰੀਨ ਸਰਗਰਮੀਆਂ ਇੱਕ ਖਾਸ ਅੰਦਾਜ਼ ਵਿੱਚ ਵਧ ਰਹੀਆਂ ਹਨ। ਰੂਸ ਨੇ ਉਹ ਤਾਕਤ ਹਾਸਲ ਕਰ ਲਈ ਹੈ ਕਿ ਉਹ ਸਮੁੰਦਰ ਦੀ ਡੂੰਘਾਈ ਵਿੱਚ ਵਿਛੀ ਇਹਨਾਂ ਕੇਬਲਸ ਲਈ ਖਤਰਾ ਬਣ ਗਿਆ। ਉਹਨਾਂ ਦੀਆਂ ਤਿਆਰੀਆਂ 5-9 ਸਟੈਂਡਰਡ ਕੀਤੀ ਹੈ। ਇਹਨਾਂ ਤਿਆਰੀਆਂ ਪਰਮਾਣੂ ਹਥਿਆਰਾਂ ਅਤੇ ਪੁਲਾੜ ਮੁਹਿੰਮ ਲਈ ਕੀਤੀਆਂ ਜਾਂਦੀਆਂ ਨੇ। 5-9 ਦਾ ਅਰਥ ਹੈ ਕਿ 99.999% ਤੱਕ ਸਟੀਕ। रूसी पनडुब्बियां हाइड्रोलिक कटर नाल लैस ने। गोताखोरां दे बदलदे रूप विच रिमोट नाल कंट्रोल वाहन ने। रूसी समुद्री फौज दा एक रिसर्च शिप है जो 2 पनडुब्बियां नाल लैस सी। पानी विच 3.75 मील हेठां तक देखा गया। ਭਾਰਤ ਦੇ ਪਹਾੜੀ ਰਾਜਾਂ ਵਿੱਚ ਹੋ ਰਹੀ ਬਰਫ਼ਬਾਰੀ ਕਾਰਨ ਦੇਸ਼ ਦੇ ਕਈ ਰਾਜਾਂ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲ ਰਿਹਾ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਉੱਤਰ ਪੱਛਮੀ ਮੈਦਾਨੀ ਖੇਤਰਾਂ ਅਤੇ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਇਸ ਹਫ਼ਤੇ ਦੇ ਅੰਤ ਵਿੱਚ ਸੀਤ ਲਹਿਰ ਦੇ ਹਾਲਾਤ ਵਾਪਸ ਆਉਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ 4-5 ਦਿਨਾਂ ਵਿੱਚ ਪੰਜਾਬ, ਹਰਿਆਣਾ, ਦਿੱਲੀ, ਚੰਡੀਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਆਉਣ ਵਾਲੇ ਦਿਨਾਂ 'ਚ ਉੱਤਰ ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ 2 ਤੋਂ 3 ਡਿਗਰੀ ਸੈਲਸੀਅਸ ਦੀ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ ਹੁਣ ਕਰੀਬ 1 ਮਹੀਨਾ ਬਾਕੀ ਹੈ ਅਤੇ ਇਸ ਦੌਰਾਨ ਸਾਰੀਆਂ ਪਾਰਟੀਆਂ ਨੂੰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਚੰਡੀਗੜ੍ਹ ਪਹੁੰਚ ਕੇ ਕਿਹਾ ਕਿ ਅਸੀਂ ਵਾਅਦਾ ਕਰਦੇ ਹਾਂ ਕਿ ਜੇਕਰ ਅਸੀਂ ਸੱਤਾ ਚਾਹੁੰਦੇ ਹਾਂ ਤਾਂ ਆਮ ਆਦਮੀ ਲੈ ਕੇ ਪ੍ਰਧਾਨ ਮੰਤਰੀ ਤੱਕ ਦੀ ਸੁਰੱਖਿਆ ਯਕੀਨੀ ਬਣਾਵਾਂਗੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਦੀ ਚਰਚਾ ਤੇਜ਼ ਹੋ ਗਈ ਹੈ। ਪੰਜਾਬ ਦੇ CM ਉਮੀਦਵਾਰ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ CM ਦੇ ਚਿਹਰੇ ਦਾ ਨਾਂ ਅਗਲੇ ਹਫ਼ਤੇ ਐਲਾਨ ਕੀਤਾ ਜਾਏਗਾ। ਚੰਡੀਗੜ੍ਹ ਪਹੁੰਚਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਜੇਕਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਪੰਜਾਬ ਦੇ ਲੋਕਾਂ ਲਈ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕਰਨ ਅਤੇ ਬੇਅਦਬੀ ਦੀਆਂ ਪਿਛਲੀਆਂ ਸਾਰੀਆਂ ਘਟਨਾਵਾਂ ਵਿੱਚ ਇਨਸਾਫ ਯਕੀਨੀ ਬਣਾਉਣ ਦਾ ਭਰੋਸਾ ਦਿੰਦੇ ਹਾਂ। ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਏਗੀ, ਚਾਹੇ ਉਹ ਪ੍ਰਧਾਨ ਮੰਤਰੀ ਹੋਵੇ ਜਾਂ ਕੋਈ ਆਮ ਆਦਮੀ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਹੁਤ ਖਰਾਬ ਹੁੰਦੀ ਜਾ ਰਹੀ, ਜਿਸ ਨੂੰ ਚੰਨੀ ਸਰਕਾਰ ਸੰਭਾਲਣ ਦੇ ਸਮਰੱਥ ਨਹੀਂ ਹੈ। महान गायिका लता मंगेशकर दी कोरोना रिपोर्ट पॉजिटिव आ गई है। देश दी कोयल दे नाम नाल जाने जांदे 92 साला लता मंगेशकर नूं ਬੰਬਈ ਦੇ ਬ੍ਰੀਚ ਕੈਂਡੀ ਹਸਪੀਟਲ ਦੇ ICU ਵਿੱਚ ਦਾਖਲ ਕਰਵਾਇਆ ਗਿਆ ਹੈ। ਲਤਾ ਮੰਗੇਸ਼ਕਰ ਦੀ ਭਤੀਜੀ ਰਚਨਾ ਸ਼ਾਹ ਨੇ ਦੱਸਿਆ ਕਿ ਉਹਨਾਂ 'ਚ ਕੋਰੋਨਾ ਦੇ ਹਲਕੇ ਲੱਛਣ ਪਾਏ ਗਏ ਨੇ। ਉਹਨਾਂ ਦੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਡਾਕਟਰਾਂ ਨੇ ਸਾਨੂੰ ਉਹਨਾਂ ਨੂੰ ICU ਵਿੱਚ ਦਾਖਲ ਕਰਵਾਉਣ ਦੀ ਸਲਾਹ ਦਿੱਤੀ ਸੀ ਤਾਂ ਜੋ ਉਹਨਾਂ ਦੀ ਨਿਰੰਤਰ ਦੇਖਭਾਲ ਕੀਤੀ ਜਾ ਸਕੇ ਅਤੇ ਇਸ ਲਈ ਇੱਕ ਪਰਿਵਾਰ ਦੇ ਰੂਪ ਵਿੱਚ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੀ 24 ਘੰਟੇ ਦੇਖਭਾਲ ਹੋਵੇ। ਉਹਨਾਂ ਨੇ ਦੱਸਿਆ ਕਿ ਉਹ ਠੀਕ ਹੋ ਜਾਣਗੇ ਪਰ ਉਹਨਾਂ ਦੀ ਉਮਰ ਨੂੰ ਵੇਖਦਿਆਂ ਥੋੜਾ ਸਮਾਂ ਲੱਗੇਗਾ। ਇਸ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ US TV ਜ਼ਰੂਰ ਸਬਸਕ੍ਰਾਈਬ ਕਰਨਾ। ਸਤਿ ਸ਼੍ਰੀ ਅਕਾਲ।